श्री गुरु ग्रंथ साहिब अंदर एक बहुत वड्डी गिनती लिखी हुई है। इसका की अर्थ है, एक क्यों लिखी है, इसनों थोड़ा जिहा समझांगे। सब तो पहला जान लीए कि इस अंदर केड़ा केड़ा अंक लिखा हुआ है। जिवें कि सब तो पहला 2 लिखा है, फिर 4, फिर 9, फिर 9, उस तो बाद 13, फिर 58, फिर 4 ਅਤੇ अंत च 93। सो ਇਹ ਕਿਉਂ ਤੇ ਕਿਸ ਲਈ ਲਿਖੇ ਹਨ, ਇਸ ਤੋਂ ਪਹਿਲਾਂ ਸਾਨੂੰ ਗੁਰਮੁਖੀ ਦੇ ਗਿਣਤੀ ਦੇ ਅੱਖਰਾਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਗੁਰਮੁਖੀ 'ਚ ਇੱਕ ਇਸ ਤਰ੍ਹਾਂ ਦਾ ਹੁੰਦਾ ਹੈ, ਇੰਜ ਹੀ 2, 3, 4, 5, 6, 7, 8, 9 ਅਤੇ 10। ਜੇ ਗਿਣਤੀ ਸਾਨੂੰ ਯਾਦ ਹੋ ਜਾਏ ਤਾਂ ਗੁਰਬਾਣੀ ਦੇ ਗਿਣਤੀ ਦੇ ਸ਼ਬਦਾਂ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ ਅਤੇ ਸਾਡਾ ਪਿਆਰ ਗੁਰਮੁਖੀ ਨਾਲ ਹੋਰ ਵੱਧ ਜਾਂਦਾ ਹੈ। ਸੋ ਆਓ ਹੁਣ ਇਹਨਾਂ ਅੰਕਾਂ ਬਾਰੇ ਜਾਣੀਏ। ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਕਿ ਸ਼ਬਦ ਦੇ ਅੰਤ 'ਚ ਜੋ ਅੰਕ ਹੁੰਦੇ ਹਨ ਇਹ ਸ਼ਬਦਾਂ ਦਾ ਜੋੜ ਹੁੰਦੇ ਹਨ ਅਤੇ ਨਾਲ ਹੀ ਯਾਦ ਰੱਖਣ ਜੋ ਗੱਲ ਹੈ ਕਿ ਜੋ ਪਹਿਲੇ 2 ਅੰਕ ਹੁੰਦੇ ਹਨ, ਜਿਵੇਂ ਕਿ ਇੱਥੇ 2 ਅਤੇ 4 ਹਨ, ਇਹ ਚੱਲ ਰਹੇ ਸ਼ਬਦ ਨਾਲ ਸੰਬੰਧਿਤ ਹੁੰਦੇ ਹਨ। ਜਿਵੇਂ ਕਿ ਇਸ ਸ਼ਬਦ ਦਾ ਸਿਰਲੇਖ ਦੇਖੋ, ਇੱਥੇ ਲਿਖਿਆ ਹੈ ਧਨਾਸਰੀ ਮਹੱਲਾ 9ਵਾਂ। ਇਸ 9 ਅੰਕ ਨੂੰ 9ਵਾਂ ਪੜ੍ਹਨਾ ਹੈ, ਭਾਵ ਇਹ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਅਤੇ ਇਸ ਸ਼ਬਦ ਅੰਦਰ ਇੱਕ ਰਹਾਉ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅਤੇ ਇਸ ਸ਼ਬਦ ਦੇ 2 ਪਦੇ ਹਨ। ਇਹ ਪਹਿਲਾ ਪਦਾ ਅਤੇ ਇਹ ਦੂਸਰਾ। ਸੋ ਦੂਸਰੇ ਪਦੇ ਤੇ ਇਹ ਸ਼ਬਦ ਪੂਰਾ ਹੁੰਦਾ ਹੈ, ਪਰ ਨਾਲ ਲੱਗਿਆ 4 ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਚੱਲ ਰਹੇ ਪ੍ਰਕਰਣ ਅੰਦਰ, ਇਸ ਲੜੀ ਅੰਦਰ ਗੁਰੂ ਤੇਗ ਬਹਾਦਰ ਜੀ ਦਾ ਇਹ ਚੌਥਾ ਸ਼ਬਦ ਹੈ। ਇਸ ਤੋਂ ਪਹਿਲਾਂ 3 ਹੋਰ ਸ਼ਬਦ ਸਨ। ਸੋ ਇਹ ਤਾਂ ਸੰਖੇਪ 'ਚ ਸਮਝਿਆ ਕਿ ਪਹਿਲੇ 2 ਅੰਕਾਂ ਦਾ ਕੀ ਭਾਵ ਹੈ। ਹੁਣ ਇਸ ਤੋਂ ਬਾਅਦ ਵਾਲੇ ਅੰਕ ਕੀ ਦਰਸਾਉਂਦੇ ਹਨ, ਇਸ ਨੂੰ ਸਮਝਣ ਲਈ ਸਾਨੂੰ ਇਸ ਲੜੀ ਨੂੰ ਸ਼ੁਰੂ ਤੋਂ ਦੇਖਣਾ ਪਏਗਾ ਤੇ ਥੋੜਾ ਪਿੱਛੇ ਜਾਣਾ ਪਏਗਾ ਜਿੱਥੋਂ ਇਹ ਪ੍ਰਕਰਣ ਸ਼ੁਰੂ ਹੁੰਦਾ ਹੈ। ਸੋ ਅਸੀਂ ਪਹੁੰਚ ਗਏ ਹਾਂ ਇਸ ਰਾਗ ਦੀ ਸ਼ੁਰੂਆਤ ਤੇ। ਰਾਗ ਧਨਾਸਰੀ ਦੀ ਸ਼ੁਰੂਆਤ 'ਚ ਇੱਥੇ ਸਭ ਤੋਂ ਉੱਪਰ ਦਰਜ ਹੈ ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ। ਧਨਾਸਰੀ ਭਾਵ ਇਹ ਰਾਗ ਧਨਾਸਰੀ ਦਾ ਸ਼ਬਦ ਹੈ। ਮਹੱਲਾ ਪਹਿਲਾ ਭਾਵ ਇਹ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ। ਘਰ ਪਹਿਲਾ ਭਾਵ ਇਹ ਧਨਾਸਰੀ ਰਾਗ ਦੇ ਘਰ ਪਹਿਲੇ 'ਚ ਗਾਇਨ ਕਰਨਾ ਹੈ। ਚੌਪਦੇ ਭਾਵ ਇਸ ਸ਼ਬਦ ਅੰਦਰ 4 ਪਦੇ ਹਨ ਜਾਂ 4 ਬੰਦ ਹਨ, ਜਿਵੇਂ ਕਿ ਰਹਾਉ ਨੂੰ ਛੱਡ ਕੇ 1, 2, 3 ਤੇ 4 ਅਤੇ ਜਿੱਥੇ 4 ਪਦੇ ਪੂਰੇ ਹੁੰਦੇ ਹਨ ਉੱਥੇ ਦਰਜ ਹੈ ਅੰਕ 4 ਅਤੇ ਨਾਲ ਲੱਗਾ ਇੱਕ ਦਰਸਾਉਂਦਾ ਹੈ ਕਿ ਇਸ ਰਾਗ ਅੰਦਰ ਪਹਿਲੀ ਪਾਤਸ਼ਾਹੀ ਦਾ ਇਹ ਪਹਿਲਾ ਸ਼ਬਦ ਹੈ ਜਿਸ ਦੇ 4 ਪਦੇ ਹਨ। ਇਸੇ ਤਰ੍ਹਾਂ ਅੱਗੇ ਚੱਲਦੇ ਹਾਂ ਤਾਂ ਦੂਜਾ ਸ਼ਬਦ ਆਉਂਦਾ ਹੈ ਜਿਸ ਦੇ ਅੰਤ 'ਚ ਲਿਖਿਆ ਹੈ 2। ਇਸ ਤੋਂ ਬਾਅਦ ਫਿਰ ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਸਿਰਫ ਘਰ ਬਦਲਿਆ ਹੈ। ਇੱਥੇ ਘਰ ਦੂਜੇ ਅੰਦਰ ਗਾਇਨ ਕਰਨ ਦੀ ਹਿਦਾਇਤ ਹੈ। ਸੋ ਇਸ ਸ਼ਬਦ ਤੀਸਰੇ ਸ਼ਬਦ ਦੇ ਅੰਤ 'ਚ ਦਰਜ ਹੈ 3 ਭਾਵ ਹੁਣ ਤੱਕ ਗੁਰੂ ਸਾਹਿਬ ਦੇ 3 ਸ਼ਬਦ ਹੋ ਚੁੱਕੇ ਹਨ, ਪਰ 3 ਤੋਂ ਪਹਿਲਾਂ ਹੁਣ ਇੱਕ ਸ਼ਬਦ ਵੀ ਆ ਗਿਆ ਹੈ, ਜਿਸ ਦਾ ਭਾਵ ਹੈ ਕਿ ਇਸ ਰਾਗ ਅੰਦਰ ਮਹੱਲਾ ਪਹਿਲਾ ਦਾ ਦੂਜੇ ਘਰ ਅੰਦਰ ਇਹ ਪਹਿਲਾ ਸ਼ਬਦ ਹੈ। ਸੋ ਆਪਾਂ ਸ਼ਬਦਾਂ ਦੀ ਗਿਣਤੀ ਵੱਲ ਆਉਂਦੇ ਹਾਂ। ਇਸ ਤੋਂ ਬਾਅਦ ਇਹ ਗੁਰੂ ਸਾਹਿਬ ਦਾ ਚੌਥਾ ਸ਼ਬਦ ਹੈ, ਫਿਰ ਇਹ 5ਵਾਂ, 6ਵਾਂ, 7ਵਾਂ, 8ਵਾਂ ਅਤੇ 9ਵਾਂ ਇਹ ਸ਼ਬਦ ਵੀ ਗੁਰੂ ਨਾਨਕ ਸਾਹਿਬ ਦਾ ਹੈ। ਇਸ ਤੋਂ ਬਾਅਦ ਜੇ ਅਸੀਂ ਸਿਰਲੇਖ ਵੱਲ ਵੇਖੀਏ ਤਾਂ ਹੁਣ ਤੀਜੇ ਪਾਤਸ਼ਾਹ ਜੀ ਦੇ ਸ਼ਬਦ ਸ਼ੁਰੂ ਹਨ। ਤਾਂ ਇਹਨਾਂ ਅੰਕਾਂ ਤੋਂ ਪਤਾ ਲੱਗਦਾ ਹੈ ਕਿ ਹੁਣ ਤੱਕ ਧਨਾਸਰੀ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ 9 ਸ਼ਬਦ ਆਏ ਹਨ। ਸੋ ਇੱਥੇ ਲੱਗਾ 9 ਅੰਕ ਦਰਸਾਉਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪ੍ਰਕਰਣ ਅੰਦਰ 9 ਸ਼ਬਦ ਹਨ। ਇਸੇ ਤਰ੍ਹਾਂ ਹੁਣ ਅੱਗੇ ਤੁਰੀਏ ਤਾਂ ਧਨਾਸਰੀ ਮਹੱਲਾ ਤੀਜਾ, ਘਰ ਦੂਜਾ, ਚੌਪਦੇ। ਇੱਥੋਂ ਹੁਣ ਸ਼ਬਦਾਂ ਦੀ ਗਿਣਤੀ ਕਰਦੇ ਹਾਂ ਤਾਂ ਇਹ ਹੈ ਤੀਸਰੇ ਪਾਤਸ਼ਾਹ ਦਾ ਪਹਿਲਾ ਸ਼ਬਦ, ਫਿਰ ਦੂਜਾ, ਫਿਰ ਤੀਜਾ, ਚੌਥਾ, 5ਵਾਂ, 6ਵਾਂ, 7ਵਾਂ, 8ਵਾਂ ਤੇ ਅਗਲਾ ਸ਼ਬਦ ਵੀ ਤੀਜੇ ਪਾਤਸ਼ਾਹ ਦਾ ਹੈ ਜਿਸ ਦੀ ਹੁਣ ਗਿਣਤੀ ਬਣਦੀ ਹੈ 9। ਇਸ ਤੋਂ ਅਗਲਾ ਸਿਰਲੇਖ ਮਹੱਲਾ ਚੌਥਾ ਦੇਖ ਕੇ ਪਤਾ ਲੱਗਦਾ ਹੈ ਕਿ ਹੁਣ ਗੁਰੂ ਰਾਮਦਾਸ ਜੀ ਦੇ ਸ਼ਬਦ ਸ਼ੁਰੂ ਹਨ। ਸੋ ਇੱਥੇ ਲੱਗਾ ਅੰਕ 9 ਦਰਸਾਉਂਦਾ ਹੈ ਕਿ ਹੁਣ ਤੱਕ ਗੁਰੂ ਅਮਰਦਾਸ ਜੀ ਦੇ 9 ਸ਼ਬਦ ਹੋਏ ਹਨ। ਸੋ ਇੱਥੇ ਲੱਗਾ 9 ਤੀਜੇ ਪਾਤਸ਼ਾਹ ਜੀ ਦੇ 9 ਸ਼ਬਦਾਂ ਨੂੰ ਦਰਸਾਉਂਦਾ ਹੈ। ਇੰਜ ਹੀ ਇਸ ਤੋਂ ਬਾਅਦ ਸ਼ੁਰੂ ਹੁੰਦੇ ਹਨ ਮਹੱਲਾ ਚੌਥਾ ਦੇ ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ। ਜੇ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਦੀ ਗਿਣਤੀ ਕਰੋ ਤਾਂ ਇਹ 13 ਬਣਦੀ ਹੈ।
13 ਅੰਕ ਦਰਸਾਉਂਦਾ ਹੈ ਕਿ ਧਨਾਸਰੀ ਰਾਗ ਅੰਦਰ ਹੁਣ ਤੱਕ ਗੁਰੂ ਰਾਮਦਾਸ ਜੀ ਦੇ 13 ਸ਼ਬਦ ਹੋਏ ਹਨ। ਇਸ ਤੋਂ ਬਾਅਦ ਮਹੱਲਾ ਪੰਜਵਾਂ ਦੀ ਬਾਣੀ ਹੈ। ਜੇ ਇਸ ਦੀ ਵੀ ਤੁਸੀਂ ਇੱਕ ਸ਼ਬਦ ਕਰਕੇ ਗਿਣਤੀ ਕਰੋ ਤਾਂ ਅੰਤ 'ਚ ਜਾ ਕੇ ਪਤਾ ਲੱਗੇਗਾ ਕਿ ਗੁਰੂ ਸਾਹਿਬ ਦੇ ਕੋਲ ਕਿੰਨੇ ਸ਼ਬਦ ਹਨ। ਜਿਵੇਂ ਕਿ ਇੱਥੇ ਤੱਕ ਆਉਂਦੇ ਪਤਾ ਲੱਗਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਹੁਣ ਤੱਕ ਕੁੱਲ 58 ਸ਼ਬਦ ਹਨ। ਸੋ ਇੱਥੇ ਲੱਗਾ 58 ਮਹੱਲਾ ਪੰਜਵਾਂ ਦੇ ਸ਼ਬਦਾਂ ਦੀ ਗਿਣਤੀ ਬਾਰੇ ਦਰਸਾਉਂਦਾ ਹੈ। ਇਸ ਤੋਂ ਬਾਅਦ ਮਹੱਲਾ 9ਵਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਇਹ ਗਿਣਤੀ ਵੀ ਕਰੀਏ ਤਾਂ ਗੁਰੂ ਸਾਹਿਬ ਦੇ 1 2 3 ਤੇ 4 ਸ਼ਬਦ ਬਣਦੇ ਹਨ ਅਤੇ ਇੱਥੇ ਲੱਗਾ 4 ਅੰਕ ਦਰਸਾਉਂਦਾ ਹੈ ਕਿ ਹੁਣ ਤੱਕ ਗੁਰੂ ਤੇਗ ਬਹਾਦਰ ਜੀ ਦੇ ਕੋਲ 4 ਸ਼ਬਦ ਹਨ। ਤਾਂ ਹੁਣ ਤੱਕ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਨੰਬਰਾਂ ਦਾ ਕੀ ਭਾਵ ਹੈ। ਪਹਿਲੇ 2 ਅੰਕ ਚਲਦੇ ਸ਼ਬਦ ਬਾਰੇ ਦੱਸਦੇ ਹਨ, ਜਿਵੇਂ ਕਿ 2 ਦਾ ਭਾਵ ਹੈ ਇਹ 2 ਪਦੇ ਵਾਲਾ ਸ਼ਬਦ ਹੈ। 4 ਤੋਂ ਭਾਵ ਹੈ ਕਿ ਹੁਣ ਤੱਕ 4 ਸ਼ਬਦ ਹੋ ਚੁੱਕੇ ਹਨ। ਇਸ ਤੋਂ ਬਾਅਦ ਹੈ ਕੁੱਲ ਸ਼ਬਦਾਂ ਦੀ ਗਿਣਤੀ, ਭਾਵ 9 ਸ਼ਬਦ ਪਹਿਲੀ ਪਾਤਸ਼ਾਹੀ ਦੇ, 9 ਸ਼ਬਦ ਤੀਸਰੇ ਪਾਤਸ਼ਾਹ ਜੀ ਦੇ, 13 ਸ਼ਬਦ ਚੌਥੇ ਪਾਤਸ਼ਾਹ ਜੀ ਦੇ, 58 ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਅਤੇ 4 ਸ਼ਬਦ ਨੌਵੇਂ ਪਾਤਸ਼ਾਹ ਜੀ ਦੇ। ਹੁਣ ਸਾਡੇ ਕੋਲ ਸਿਰਫ ਅੰਤ ਵਾਲਾ ਇੱਕ ਅੰਕ ਬਚਿਆ ਹੈ ਜੋ ਹੈ 93। ਇਹ ਜੋ ਅੰਕ ਹੈ ਇਹ ਕੁੱਲ ਸ਼ਬਦ ਦਾ ਜੋੜ ਹੈ। ਸੋ ਇੰਜ ਗੁਰੂ ਪਿਆਰੋ, ਗੁਰੂ ਸਾਹਿਬ ਨੇ ਸਾਰੀ ਬਾਣੀ ਇੱਕ ਆਧੁਨਿਕ ਤਰੀਕੇ ਨਾਲ ਲੌਕ ਕੀਤੀ ਹੋਈ ਹੈ, ਜਿਸ ਦੀ ਬਦੌਲਤ ਗੁਰਬਾਣੀ ਅੰਦਰ ਕੋਈ ਵੀ ਮਿਲਾਵਟ ਨਹੀਂ ਕਰ ਸਕਦਾ। ਇਸ ਤੋਂ ਬਾਅਦ ਇਸੇ ਹੀ ਰਾਗ ਅੰਦਰ ਇੱਕ ਨਵਾਂ ਪ੍ਰਕਰਨ ਸ਼ੁਰੂ ਹੁੰਦਾ ਹੈ ਅਸ਼ਟਪਦੀਆਂ ਦਾ। ਸੋ ਧਨਾਸਰੀ ਰਾਗ ਅੰਦਰ ਕਿੰਨੀਆਂ ਅਸ਼ਟਪਦੀਆਂ ਹਨ ਇਹ ਜਾਣਨਾ ਹੋਏ ਤਾਂ ਤੁਸੀਂ ਅਗਲੇ ਅੰਕਾਂ ਦੀ ਗਿਣਤੀ ਕਰ ਸਕਦੇ ਹੋ ਕਿ ਕਿਸ ਗੁਰੂ ਸਾਹਿਬਾਨ ਨੇ ਇਸ ਰਾਗ ਅੰਦਰ ਕਿੰਨੀਆਂ ਅਸ਼ਟਪਦੀਆਂ ਦਰਜ ਕੀਤੀਆਂ ਹਨ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।